Hello students, in this video we will discuss indirect method for measuring small distance like size of atom. The method which we use to find the size of atom is Avogadro method. So what is Avogadro method? Before discussing this definition, we will take an example. We will understand through an example. So what is the example? So you are watching these lemons. You are watching these lemon. What are you observing? ਤੁਸੀਂ ਕੀ observe ਕਰਦੇ ਪਏ ਆ? ਤੁਸੀਂ observe ਕਰਦੇ ਪਏ ਆ ਕਿ ਇਹਨਾਂ ਲੈਮਨਸ ਨੇ ਕੀ ਕੀਤਾ ਹੋਇਆ, ਜੋ ਵੀ ਇਹਨੂੰ ਆਊਟਸਾਈਡ ਤੋਂ ਦੇਖਦਾ ਪਿਆ ਆ ਸਾਰੀ ਵੋਲਿਊਮ ਆਕਿਊਪਾਈ ਕੀਤੀ ਆ। ਠੀਕ ਹੈ, ਇਹਨੂੰ ਮੈਂ ਇੱਕ ਸਕੇਅਰ ਦੀ ਸ਼ੇਪ 'ਚ ਲਾਇਆ ਹੋਇਆ। ਠੀਕ ਹੈ, ਇਹ ਕੀ ਕੀਤਾ ਹੋਇਆ ਇਹਨੇ, ਇਸ ਤਰ੍ਹਾਂ ਸਾਰੀ ਵੋਲਿਊਮ ਆਕਿਊਪਾਈ ਕੀਤੀ ਹੋਈ ਆ। ਪਰ ਐਕਚੁਅਲ ਦੇ ਵਿੱਚ ਕੀ ਆ, ਦੇਖੋ ਤੁਸੀਂ ਆਹ ਜਿਹੜਾ ਸਕੇਅਰ ਆ ਸਾਰਾ, ਇਹਨੂੰ ਆਪਾਂ ਇੱਕ ਸਕੇਅਰ ਦੇ ਵਿੱਚ ਰੱਖਿਆ ਹੋਇਆ। ਇਸ ਸਕੇਅਰ ਦੇ ਵਿੱਚ ਆਪਾਂ ਇਹਨੂੰ ਰੱਖਿਆ ਹੋਇਆ, ਪਰ ਐਕਚੁਅਲ ਦੇ ਵਿੱਚ ਕੀ ਆ, ਇਹਨਾਂ ਲੈਮਨਸ ਨੇ ਕੀ ਕੀਤਾ ਹੋਇਆ ਵਾ, ਆਹ ਜਿਹੜੀ ਵੋਲਿਊਮ ਆਕਿਊਪਾਈ ਕੀਤੀ ਆ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਆਹ ਸਪੇਸ ਕੀ ਆ, ਐਮਪਟੀ ਆ। ਆਹ ਤੁਹਾਨੂੰ ਐਮਪਟੀ ਸਪੇਸ ਦਿਖਦੀ ਪਈ ਆ, ਖਾਲੀ ਜਗ੍ਹਾ। ਠੀਕ ਆ, ਜਿਹੜਾ ਬਾਹਰੋਂ ਵੇਖਦਾ ਪਿਆ ਉਹਨੂੰ ਕੀ ਲੱਗਦਾ ਪਿਆ ਕਿ ਇਹਨੇ ਟੋਟਲ ਜਿਹੜੀ ਵੋਲਿਊਮ ਆ ਸਕੇਅਰ ਦੀ ਸ਼ੇਪ ਦੇ ਵਿੱਚ ਜਾਂ ਕਿਊਬ ਦੀ ਸ਼ੇਪ ਦੇ ਵਿੱਚ ਆਕਿਊਪਾਈ ਕੀਤੀ ਆ। ਬਟ ਐਕਚੁਅਲ ਦੇ ਵਿੱਚ ਕੀ ਆ, ਇਹ ਜਿਹੜੇ ਲੈਮਨਸ ਆ, ਠੀਕ ਆ, ਮੈਂ ਇਹਨਾਂ ਨੂੰ ਇੱਕ ਐਟਮ ਮੰਨ ਲਿਆ ਕਿਉਂਕਿ ਐਟਮ ਦੀ ਸ਼ੇਪ ਵੀ ਕੀ ਹੁੰਦੀ ਆ, ਸਫੈਰੀਕਲ। ਇਹਨਾਂ ਐਟਮ ਦੀ ਸ਼ੇਪ ਕੀ ਆ, ਸਫੈਰੀਕਲ ਆ। ਇਹਨਾਂ ਐਟਮਸ ਨੇ ਜਿਹੜਾ ਵੋਲਿਊਮ ਆਕਿਊਪਾਈ ਕੀਤਾ ਹੋਇਆ, ਠੀਕ ਆ, ਉਹਨਾਂ ਦੇ ਵਿੱਚ ਕੀ ਆ, ਕੁਛ ਸਪੇਸ ਖਾਲੀ ਆ ਜਿਹੜੀ ਤੁਸੀਂ ਇਹ ਦੇਖਦੇ ਪਏ ਆ। ਮਤਲਬ ਇਸ ਟੋਟਲ ਵੋਲਿਊਮ ਦੇ ਵਿੱਚੋਂ ਕੁਛ ਵੋਲਿਊਮ ਕੀ ਆ, ਖਾਲੀ ਰਹਿ ਜਾਂਦੀ ਹੈ ਕਿਉਂਕਿ ਇਹ ਸਪੇਸ ਕੀ ਆ, ਖਾਲੀ ਆ। ਇਹੀ ਕੰਸੈਪਟ ਆਪਾਂ ਇਹਦੇ ਵਿੱਚ ਯੂਜ਼ ਕਰਕੇ ਫਾਈਂਡ ਕਰਾਂਗੇ ਰੇਡੀਅਸ ਕਿਸੇ ਵੀ ਐਟਮ ਦਾ। ਹੁਣ ਦੇਖੋ ਡੈਫੀਨੇਸ਼ਨ ਕੀ ਆ, ਅਕੋਰਡਿੰਗ ਟੂ ਐਵੋਗੈਡਰੋ ਹਾਈਪੋਥੈਸਿਸ ਕੀ ਕਹਿੰਦਾ ਵਾ, ਵੋਲਿਊਮ ਆਫ ਆਲ ਐਟਮਸ ਇਨ ਅ ਗਿਵਨ ਸਬਸਟੈਂਸ ਇਜ਼ 2/3 ਆਫ ਦਾ ਵੋਲਿਊਮ ਆਕਿਊਪਾਈਡ ਬਾਏ ਦੈਟ ਮਾਸ ਆਫ ਦਾ ਸਬਸਟੈਂਸ। ਦੇਖੋ ਕੀ ਮਤਲਬ ਆ, ਆਪਾਂ ਐਗਜ਼ਾਮਪਲ ਹੁਣੇ ਡਿਸਕਸ ਕੀਤੀ ਸੀ। ਉਸ ਐਗਜ਼ਾਮਪਲ ਦੇ ਵਿੱਚ ਕੀ ਆ ਕਿ ਜਿਹੜੇ ਆਹ ਵਾਲੇ ਐਟਮਸ ਆ, ਠੀਕ ਆ, ਆਹ ਸਾਰੇ ਐਟਮਸ ਆ, ਇਹ ਸਿਰਫ 2/3 ਵੋਲਿਊਮ ਹੀ ਆਕਿਊਪਾਈ ਕਰਦੇ ਆ। ਜਿਹੜਾ 1/3 ਪਾਰਟ ਆ ਉਹ ਕੀ ਰਹਿ ਜਾਂਦਾ, ਖਾਲੀ ਰਹਿ ਜਾਂਦਾ। ਆਹ ਜਿਹੜਾ ਆਪਾਂ ਵਿੱਚ ਦਿਖਾਇਆ ਹੋਇਆ, ਇਸ ਕਰਕੇ ਆਪਾਂ ਡੈਫੀਨੇਸ਼ਨ 'ਚ ਕੀ ਕਿਹਾ ਕਿ ਜਿਹੜਾ ਵੀ ਆਪਾਂ ਸਬਸਟੈਂਸ ਮੰਨਿਆ ਵਾ, ਉਹ ਸਬਸਟੈਂਸ ਦੇ ਵਿੱਚ ਜਿਹੜੇ ਆ ਐਟਮਸ ਹੋਣਗੇ, ਠੀਕ ਆ, ਉਹ ਐਟਮਸ ਕੀ ਕਰਦੇ ਆ, ਸਿਰਫ 2/3, ਠੀਕ ਆ, 2/3 ਵੋਲਿਊਮ ਹੀ ਆਕਿਊਪਾਈ ਕਰਦੇ ਆ ਟੋਟਲ ਵੋਲਿਊਮ ਦਾ, ਕਿਉਂਕਿ ਉਹਦਾ 1/3 ਪਾਰਟ ਜਿਹੜਾ ਵਾ ਉਹ ਕੀ ਰਹਿ ਜਾਂਦਾ ਵਾ, ਖਾਲੀ ਆ। ਇਹ ਸੀਗੀ ਇਹਦੀ ਡੈਫੀਨੇਸ਼ਨ ਜੋ ਆਪਾਂ ਇਸ ਐਗਜ਼ਾਮਪਲ ਦੇ ਥਰੂ ਸਮਝੀ। ਹੁਣ ਆਪਾਂ ਰਿਲੇਸ਼ਨ ਡਰਾਈਵ ਕਰਨਾ ਕਿਹਦੇ ਲਈ, ਰੇਡੀਅਸ ਆਫ ਐਟਮਸ ਦੇ ਲਈ। ਉਹਦੇ ਲਈ ਆਪਾਂ ਕੀ ਕਰਦੇ ਹਾਂ, ਆਪਾਂ ਮੰਨ ਲੈਂਦੇ ਹਾਂ ਜੋ ਵੀ ਆਪਾਂ ਇਹਨਾਂ ਕੋਲ ਸੈਂਪਲ ਆ, ਠੀਕ ਆ, ਕੋਈ ਵੀ ਸੈਂਪਲ ਹੋ ਸਕਦਾ ਕਿਸੇ ਪਾਊਡਰ ਦੀ ਫਾਰਮ ਦੇ ਵਿੱਚ, ਉਸ ਨੂੰ ਮੰਨ ਲੈਂਦੇ ਹਾਂ ਆਪਾਂ, ਉਸ ਪਾਊਡਰ ਦਾ ਜੋ ਵੀ ਐਟੋਮਿਕ ਵੇਟ ਹੋਊਗਾ, ਠੀਕ ਆ, ਉਹਨੂੰ ਆਪਾਂ ਕੀ ਮੰਨ ਲਿਆ, M ਮੰਨ ਲਿਆ। ਅਤੇ ਕਿਸੇ ਵੀ ਸੈਂਪਲ ਦੇ ਵਿੱਚ ਜਿਹੜੇ ਆਪਣੇ ਕੋਲ ਨੰਬਰ ਆਫ ਐਟਮਸ ਹੋਣਗੇ ਉਹ ਕਿੰਨੇ ਹੋਣਗੇ, ਐਵੋਗੈਡਰੋ ਨੰਬਰ ਦੇ ਇਕੁਅਲ ਹੋਣਗੇ। ਉਹ ਆਪਾਂ ਨੂੰ ਪਤਾ ਐਵੋਗੈਡਰੋ ਜਿਹੜਾ ਨੰਬਰ ਆ ਉਹਦੀ ਵੈਲਿਊ 6.023 × 10⁻23 ਐਟਮਸ ਹੁੰਦੇ ਆ। ਹੁਣ ਆਪਾਂ ਫਾਈਂਡ ਕਰਨੇ ਆ ਕਿ ਜੋ ਵੀ ਆਪਣੇ ਕੋਲ ਸੈਂਪਲ ਗਿਵਨ ਆ, ਠੀਕ ਆ, ਜੋ ਵੀ ਆਪਣੇ ਕੋਲ ਸੈਂਪਲ ਗਿਵਨ ਆ ਉਹਦੇ ਵਿੱਚ ਕਿੰਨੇ ਨੰਬਰ ਆਫ ਐਟਮ ਪ੍ਰੈਜ਼ੈਂਟ ਆ। ਉਹ ਨੰਬਰ ਆਫ ਐਟਮ ਨੂੰ ਫਾਈਂਡ ਕਰਨ ਦਾ ਜਿਹੜਾ ਆਪਣੇ ਕੋਲ ਮੈਥਡ ਆ, ਨੰਬਰ ਆਫ ਐਟਮਸ ਇਨ ਗਿਵਨ ਸਬਸਟੈਂਸ, ਉਹ ਇਕੁਅਲ ਹੁੰਦੇ ਆ ਆਪਣੇ ਕੋਲ। ਆਪਾਂ ਕੀ ਕਰਾਂਗੇ, ਐਵੋਗੈਡਰੋ ਨੰਬਰ ਨੂੰ ਡਿਵਾਈਡ ਕਰ ਦੇਣਾ ਮੋਲੀਕਿਊਲਰ ਮਾਸ ਦੇ ਨਾਲ, ਠੀਕ ਆ, ਜਾਂ ਮੋਲੀਕਿਊਲਰ ਵੇਟ ਦੇ ਨਾਲ। ਉਸ ਤੋਂ ਬਾਅਦ ਕੀ ਕਰਨਾ ਵਾ, ਆਪਾਂ ਮੰਨ ਲੈਂਦੇ ਹਾਂ ਜੋ ਵੀ ਆਪਣਾ ਨੂੰ ਸੈਂਪਲ ਗਿਵਨ ਆ, ਉਸ ਸੈਂਪਲ ਦਾ ਜਿਹੜਾ ਮਾਸ ਆ ਉਹ ਕਿੰਨਾ ਵਾ, ਸਮਾਲ m ਆ। ਠੀਕ ਆ, ਇਹ ਮੈਥਡ ਆਪਣੇ ਕੋਲ ਫਾਰਮੂਲਾ ਸੀਗਾ ਕਿਸੇ ਵੀ ਸਬਸਟੈਂਸ ਦੇ ਵਿੱਚ ਨੰਬਰ ਆਫ ਐਟਮ ਫਾਈਂਡ ਕਰਨ ਦਾ, ਕਿ ਐਵੋਗੈਡਰੋ ਨੰਬਰ ਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ ਮੋਲੀਕੂਲਰ ਵੇਟ ਜਾਂ ਮੋਲੀਕੂਲਰ ਮਾਸ ਦੇ ਨਾਲ ਉਸ ਸੈਂਪਲ ਦੇ, ਇਨਟੂ ਜਿੰਨਾ ਵੀ ਉਸ ਸੈਂਪਲ ਆਪਾਂ ਨੂੰ ਗਿਵਨ ਹੋਊਗਾ, 1 ਗ੍ਰਾਮ 2 ਗ੍ਰਾਮ 3 ਗ੍ਰਾਮ ਜਿੰਨਾ ਵੀ ਗਿਵਨ ਆ, ਉਹਨੂੰ ਉਹਦੇ ਨਾਲ ਕੀ ਕਰ ਦਾਂਗੇ, ਆਪਾਂ ਮਲਟੀਪਲਾਈ ਕਰ ਦਾਂਗੇ। ਉਸ ਤੋਂ ਬਾਅਦ ਲੈਟ ਆਪਾਂ ਮੰਨ ਲੈਂਦੇ ਆਰ ਕੀ ਆ, ਰੇਡੀਅਸ ਆਫ ਐਨ ਐਟਮ। ਹੁਣੀ ਆਪਾਂ ਗੱਲ ਕੀਤੀ ਸੀ ਕਿ ਐਟਮ ਆ ਜਿਹੜਾ ਉਹ ਕੀ ਹੁੰਦਾ ਵਾ, ਸਫੀਅਰ ਦੀ ਸ਼ੇਪ ਦੇ ਵਿੱਚ, ਸਫੈਰੀਕਲ ਆ। ਅਤੇ ਆਪਾਂ ਨੂੰ ਪਤਾ
ਵੋਲਿਊਮ ਆਫ ਐਟਮ ਕੀ ਹੋ ਜਾਊਗਾ, ਵੋਲਿਊਮ ਆਫ ਐਨ ਐਟਮ ਕੀ ਹੋਊਗਾ, ਵੋਲਿਊਮ ਸਫੀਅਰ ਦਾ ਆਪਾਂ ਨੂੰ ਵੋਲਿਊਮ ਪਤਾ ਕਿੰਨਾ ਹੁੰਦਾ 4/3 ਪਾਈ ਆਰ ਕਿਊਬ। ਇਹ ਸਫੀਅਰ ਦਾ ਵੋਲਿਊਮ ਆ ਗਿਆ। ਹੁਣ ਆਪਾਂ ਨੂੰ ਇੱਕ ਐਟਮ ਦਾ ਵੋਲਿਊਮ ਪਤਾ ਲੱਗ ਗਿਆ। ਹੁਣ ਦੇਖੋ ਜਿਵੇਂ ਆਹ ਐਗਜ਼ਾਮਪਲ ਸੀਗੀ, ਇੱਕ ਐਟਮ ਦਾ ਵੋਲਿਊਮ ਕਿੰਨਾ 4/3 ਪਾਈ ਆਰ, ਸਾਰਿਆਂ ਦਾ ਕਿੰਨਾ ਹੋਊਗਾ ਤੁਸੀਂ ਕਾਊਂਟ ਕਰ ਲਓਗੇ ਕਿੰਨੇ ਨੰਬਰ ਆਫ ਐਟਮ 1 2 3 4 5 6 7 8 9 9 ਨਾਲ ਉਹਨੂੰ ਕੀ ਕਰ ਦੋਗੇ ਮਲਟੀਪਲਾਈ ਕਰ ਦੋਗੇ ਕਿਹਨੂੰ, ਇੱਕ ਐਟਮ ਦੇ ਵੋਲਿਊਮ ਨੂੰ। ਇਹੀ ਕੰਮ ਆਪਾਂ ਇੱਥੇ ਹੀ ਕਰਨਾ ਵਾ। ਆਪਾਂ ਕੀ ਕਰਾਂਗੇ ਦੇਖੋ, ਆਪਾਂ ਨੂੰ ਨੰਬਰ ਆਫ ਐਟਮ ਗਿਵਨ ਆ, ਦੇਖੋ ਕੈਲਕੂਲੇਟ ਕਰ ਲਏ ਕਿੰਨੇ ਆ, ਆਹ ਵਾਲੇ ਆ ਗਏ ਠੀਕ ਹੈ। ਇਸ ਨੰਬਰ ਆਫ ਐਟਮ ਨੂੰ ਮਲਟੀਪਲਾਈ ਕਰ ਦਾਂਗੇ ਇੱਕ ਐਟਮ ਦੇ ਵੋਲਿਊਮ ਦੇ ਨਾਲ। ਇਹਦਾ ਮਤਲਬ ਕੀ ਹੋਊਗਾ, ਟੋਟਲ ਵੋਲਿਊਮ occupied by atoms in given sample, ਗਿਵਨ ਸੈਂਪਲ ਦੇ ਵਿੱਚ ਜਿਹੜੇ ਐਟਮ ਸੀਗੇ ਉਹਨਾਂ ਨੇ ਕਿੰਨੀ ਵੋਲਿਊਮ ਆਕਿਊਪਾਈ ਕੀਤੀ ਆ। ਨੰਬਰ ਆਫ ਐਟਮਸ ਨੂੰ ਕੀ ਕਰਾਂਗੇ ਆਪਾਂ, ਕਿੰਨੇ ਨੰਬਰ ਆਫ ਐਟਮਸ ਆਪਾਂ ਕੈਲਕੂਲੇਟ ਕਰ ਲਏ ਇਨਟੂ m, ਉਹਨੂੰ ਮਲਟੀਪਲਾਈ ਕਰਨਾ ਕਿਹਦੇ ਨਾਲ, ਇੱਕ ਐਟਮ ਦੇ ਵੋਲਿਊਮ ਦੇ ਨਾਲ। ਇਕੁਏਸ਼ਨ 1 ਕਹਿ ਦਾਂਗੇ। ਹੁਣ ਆਪਾਂ ਯੂਜ਼ ਕਰਾਂਗੇ ਡੈਫੀਨੇਸ਼ਨ। ਅਕੋਰਡਿੰਗ ਟੂ ਡੈਫੀਨੇਸ਼ਨ ਦੇ ਅਕੋਰਡਿੰਗ ਕੀ ਸੀਗਾ ਕਿ ਜਿਹੜੀ ਟੋਟਲ ਵੋਲਿਊਮ ਆਕਿਊਪਾਈ ਕੀਤੀ ਆ, ਕਿਹਨੇ ਆਕਿਊਪਾਈਡ ਕੀਤੀ ਆ, ਬਾਏ ਐਟਮਸ ਇਨ ਗਿਵਨ ਸੈਂਪਲ। ਠੀਕ ਆ, ਕੀ ਕਿਹਾ ਸੀਗਾ ਦੇਖੋ ਕਿ ਜਿਹੜੀ ਟੋਟਲ ਵੋਲਿਊਮ ਆਕਿਊਪਾਈ ਕਰਨੀ ਹੈ ਐਟਮਸ ਨੇ ਕਿੰਨੀ ਕਰੂਗਾ 2/3 ਆਫ ਓਰੀਜਨਲ ਵੋਲਿਊਮ, ਇਕੁਅਲ ਹੋਊਗੀ 2/3 ਕਿਹਦੇ, ਓਰੀਜਨਲ ਵੋਲਿਊਮ ਦੇ। ਵੋਲਿਊਮ ਦਾ ਫਾਰਮੂਲਾ ਆਪਾਂ ਨੂੰ ਪਤਾ, ਵੋਲਿਊਮ ਕੀ ਹੁੰਦਾ, ਰੋ ਡੈਂਸਿਟੀ ਇਕੁਅਲ ਟੂ ਮਾਸ ਓਵਰ ਵੋਲਿਊਮ ਹੁੰਦੀ ਹੈ। ਅਤੇ ਵੋਲਿਊਮ ਕੀ ਆ ਜਾਊਗਾ ਆਪਣੇ ਕੋਲ, ਮਾਸ ਓਵਰ ਡੈਂਸਿਟੀ। ਇਹਦਾ ਮਤਲਬ ਆਪਾਂ ਵੋਲਿਊਮ ਦੀ ਮਾਸ ਓਵਰ ਡੈਂਸਿਟੀ ਵੈਲਿਊ ਪੁੱਟ ਕਰ ਸਕਦੇ ਹਾਂ, ਮਾਸ ਓਵਰ ਡੈਂਸਿਟੀ, ਇਕੁਏਸ਼ਨ ਨੰਬਰ 2। ਹੁਣ ਦੇਖੋ ਆਹ ਆਪਾਂ ਕੈਲਕੂਲੇਟ ਕੀਤਾ ਸੀਗਾ ਟੋਟਲ ਵੋਲਿਊਮ ਆਕਿਊਪਾਈ ਬਾਏ ਐਟਮਸ, ਅਤੇ ਇਹ ਵੀ ਕੀ ਆ, ਇਹ ਡੈਫੀਨੇਸ਼ਨ ਦੇ ਅਕੋਰਡਿੰਗ ਦੋਵੇਂ ਕੀ ਆ ਸੇਮ ਹੋ ਗਏ। ਆ ਵੀ ਟੋਟਲ ਨੰਬਰ ਐਟਮਸ ਨੇ ਕਿੰਨੀ ਵੋਲਿਊਮ ਆਕਿਊਪਾਈ ਕੀਤੀ ਆ, ਆ ਵੀ ਕੀ ਆ ਟੋਟਲ ਨੰਬਰ ਆਫ ਐਟਮਸ ਨੇ ਕਿੰਨੀ ਵੋਲਿਊਮ ਆਕਿਊਪਾਈ ਕੀਤੀ ਆ। ਇਹਦਾ ਮਤਲਬ ਦੋਵੇਂ ਸੇਮ ਆ। ਫਰੋਮ ਇਕੁਏਸ਼ਨ 1 ਐਂਡ 2 ਕੀ ਬਣ ਜੂਗਾ ਆਪਣੇ ਕੋਲ, ਆਪਾਂ ਕੀ ਕਰਾਂਗੇ ਦੋਵੇਂ ਇਕੁਅਲ ਆ, ਦੋਵਾਂ ਨੂੰ ਇਕੁਅਲ ਰੱਖ ਦਾਂਗੇ 4/3 ਪਾਈ ਆਰ ਕਿਊਬ ਇਕੁਅਲ ਟੂ 2/3 m ਬਾਏ ਰੋ। ਹੁਣ ਦੇਖੋ ਜਿਹੜੇ ਕੱਟ ਹੁੰਦੇ ਆਪਾਂ ਨੂੰ ਕੱਟ ਕਰ ਦਾਂਗੇ, m ਦੇ ਨਾਲ m ਕੈਂਸਲ, 3 ਦੇ ਨਾਲ 3 ਕੈਂਸਲ ਹੋ ਗਏ, 2 2 4 ਕੀ ਬਚ ਗਿਆ ਆਪਣੇ ਕੋਲ n/m ਇੰਟੂ 2 ਪਾਈ ਆਰ ਕਿਊਬ 1/ਰੂ। ਆਪਾਂ ਕੈਲਕੂਲੇਟ ਕੀ ਕਰਨਾ, ਰੇਡੀਅਸ ਕੈਲਕੂਲੇਟ ਕਰਨਾ, ਆਰ ਕਿਊਬ ਇਕੁਅਲ ਟੂ ਕ੍ਰੋਸ ਮਲਟੀਪਲਾਈ m ਆ ਡਿਵਾਈਡ ਹੋ ਜਾਣਗੇ ਦੂਸਰੀ ਸਾਈਡ ਜਾ ਕੇ, ਰੋ n ਇੰਟੂ 2 ਪਾਈ r ਇਕੁਅਲ ਟੂ m/ਰੋ n 2 ਪਾਈ ਕਿਊਬ ਰੂਟ। ਠੀਕ ਆ, ਇਹ ਕੀ ਆ ਗਿਆ ਆਪਣੇ ਕੋਲ, ਕਿਊਬ ਖ਼ਤਮ ਕਰਨਾ ਸੀਗਾ, ਕਿਊਬ ਰੂਟ ਬੋਥ ਸਾਈਡ ਕਰਤਾ, ਕਿਊਬ ਰੂਟ ਨਾਲ ਕਿਊਬ ਕੱਟਿਆ ਜਾਊਗਾ, ਇੱਥੇ ਕਿੰਨਾ ਰਹਿ ਜਾਊਗਾ ਕਿਊਬ ਰੂਟ। ਇਹ ਆਪਣੇ ਕੋਲ ਕੀ ਆ ਗਿਆ, ਰੇਡੀਅਸ ਆਫ ਐਨ ਐਟਮ। ਠੀਕ ਆ, ਇਸ ਮੈਥਡ ਨੂੰ ਆਪਾਂ ਯੂਜ਼ ਕਰਕੇ ਕਿਸੇ ਵੀ ਐਟਮ ਦਾ ਜਿਹੜਾ ਰੇਡੀਅਸ ਆ ਉਹ ਫਾਈਂਡ ਕਰ ਸਕਦੇ ਹਾਂ। ਨੈਕਸਟ ਜੋ ਟੌਪਿਕ ਆ ਉਹ ਹੈਗਾ ਫੋਰ ਮੈਜ਼ਰਿੰਗ ਹੈਵੀ ਮਾਸਿਸ, ਮਤਲਬ ਹੈਵੀ ਮਾਸਿਸ ਨੂੰ ਆਪਾਂ ਮੈਜ਼ਰ ਕਰਨ ਦੇ ਲਈ ਜੋ ਯੂਨਿਟ ਯੂਜ਼ ਕਰਦੇ ਹਾਂ ਮਾਸ ਦੇ, ਤਾਂ ਉਹ ਯੂਨਿਟ ਕੀ ਆ, ਸਾਰਿਆਂ ਨਾਲੋਂ ਪਹਿਲਾਂ ਆਪਣੇ ਕੋਲ ਹੈਗੇ ਆ 1 ਟਨ। ਠੀਕ ਆ, ਹੈਵੀ ਮਾਸ ਨੂੰ ਯੂਜ਼ ਕਰਨ ਦੇ ਲਈ ਕਰਦੇ ਹਾਂ ਆਪਾਂ ਮੈਜ਼ਰ ਕਰਨ ਦੇ ਲਈ 1 ਟਨ, ਜਾਂ ਇਹਨੂੰ ਆਪਾਂ ਬੋਲ ਦਿੰਦੇ ਹਾਂ ਮੀਟ੍ਰਿਕ ਟਨ ਵੀ ਬੋਲ ਦਿੰਦੇ ਹਾਂ। 1 ਮੀਟ੍ਰਿਕ ਟਨ ਆ ਜਿਹੜਾ, ਉਸ ਦੇ ਵਿੱਚ ਹੁੰਦੇ ਆ 1000 ਕਿਲੋਗ੍ਰਾਮ। ਠੀਕ ਹੈ, ਇਹ ਹੈਵੀ ਮਾਸ ਦੇ ਲਈ ਯੂਜ਼ ਕਰਦੇ ਹਾਂ ਆਪਾਂ 1 ਟਨ ਜਾਂ 1 ਮੀਟ੍ਰਿਕ ਟਨ। ਸੈਕਿੰਡ ਆ 1 ਕੁਇੰਟਲ,
1 ਕੁਇੰਟਲ ਦੇ ਵਿੱਚ ਕੀ ਹੁੰਦੇ ਆ 100 ਕਿਲੋਗ੍ਰਾਮ। 1 ਕੁਇੰਟਲ ਇਕੁਅਲ ਟੂ 100 ਕਿਲੋਗ੍ਰਾਮ। 1 ਸਲੱਗ ਹੋ ਗਿਆ, 1 ਸਲੱਗ ਦੇ ਵਿੱਚ 14.57 ਕਿਲੋਗ੍ਰਾਮ ਹੁੰਦੇ ਆ। ਉਸ ਤੋਂ ਬਾਅਦ ਆਪਣੇ ਕੋਲ ਜਿਹੜੇ ਲਾਰਜੈਸਟ ਯੂਨਿਟ ਆ ਮਾਸ ਦੇ, ਲਾਰਜੈਸਟ ਯੂਨਿਟ ਆਫ ਮਾਸ, ਜੋ ਲਾਰਜੈਸਟ ਯੂਨਿਟ ਆ ਮਾਸ ਦੇ, ਉਹ ਯੂਨਿਟ ਆਪਣੇ ਕੋਲ ਚੰਦਰ ਸ਼ੇਖਰ ਲਿਮਿਟ, ਚੰਦਰ ਸ਼ੇਖਰ ਲਿਮਿਟ, ਇਸ ਨੂੰ ਆਪਾਂ ਬੋਲ ਦਿੰਦੇ ਹਾਂ CSL। ਹੁਣ ਜਿਹੜੀ 1 ਚੰਦਰ ਸ਼ੇਖਰ ਲਿਮਿਟ ਆ 1 CSL, ਉਹ ਇਕੁਅਲ ਆ 1.4 ਟਾਈਮਸ ਮਾਸ ਆਫ ਸਨ। ਜਿੰਨਾ ਸਨ ਦਾ ਮਾਸ ਆ ਉਸ ਤੋਂ ਕਿੰਨੇ ਆ ਇਹ 1.4 ਟਾਈਮਸ ਹੁੰਦੀ ਆ 1 CSL। ਠੀਕ ਹੈ, ਚੰਦਰ ਸ਼ੇਖਰ ਲਿਮਿਟ ਇਹ ਲਾਰਜੈਸਟ ਯੂਨਿਟ ਆ ਮਾਸ ਨੂੰ ਮੈਜ਼ਰ ਕਰਨ ਦੇ। ਉਸ ਤੋਂ ਬਾਅਦ ਸਮੋਲੈਸਟ ਯੂਨਿਟ ਆ ਜਿਹੜੇ, ਠੀਕ ਹੈ, ਸਮੋਲੈਸਟ ਮਾਸ ਨੂੰ ਆਪਾਂ ਮੈਜ਼ਰ ਕਰਦੇ ਹਾਂ ਫॉर ਸਮੋਲੈਸਟ ਮਾਸ। ਇਸ ਨੂੰ ਮੈਜ਼ਰ ਕਰਨ ਦੇ ਲਈ ਜਿਹੜੇ ਆਪਾਂ ਯੂਨਿਟ ਯੂਜ਼ ਕਰਦੇ ਹਾਂ ਉਸ ਯੂਨਿਟ ਨੂੰ ਆਪਾਂ ਕਹਿੰਦੇ ਹਾਂ 1 ਐਟੋਮਿਕ ਮਾਸ ਯੂਨਿਟ। ਇਸ ਨੂੰ ਆਪਾਂ AMU ਵੀ ਬੋਲ ਦਿੰਦੇ ਹਾਂ, ਸ਼ਾਰਟ ਫਾਰਮ ਇਹਦੀ 1 ਐਟੋਮਿਕ ਮਾਸ ਯੂਨਿਟ। ਇਹ ਕੀ ਆ, ਸਮੋਲੈਸਟ ਮਾਸ ਨੂੰ ਮੈਜ਼ਰ ਕਰਨ ਦੇ ਯੂਨਿਟ ਆ ਮਾਸ ਦੇ 1 ਐਟੋਮਿਕ ਮਾਸ ਯੂਨਿਟ। 1 ਐਟੋਮਿਕ ਮਾਸ ਯੂਨਿਟ ਦੀ ਜਿਹੜੀ ਵੈਲਿਊ ਆ ਉਹ ਆਪਣੇ ਕੋਲ ਹੁੰਦੀ ਆ 1.66 ਇੰਟੂ 10⁻⁻27 ਕਿਲੋਗ੍ਰਾਮ। ਇਹ 1 ਐਟੋਮਿਕ ਮਾਸ ਯੂਨਿਟ ਦੀ ਵੈਲਿਊ ਆ 1.66 ਇੰਟੂ 10⁻⁻27 ਕਿਲੋਗ੍ਰਾਮ। ਉਸ ਤੋਂ ਬਾਅਦ ਲਾਸਟ ਦੇ ਵਿੱਚ ਆਪਣਾ ਯੂਨਿਟ ਆਫ ਟਾਈਮ। ਵੈਸੇ ਤਾਂ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ ਕਿ ਯੂਨਿਟ ਟਾਈਮ ਦੇ ਹੁੰਦੇ ਆ, ਆਵਰ ਵੀ ਹੁੰਦੇ ਆ, ਡੇ ਵੀ ਕਹਿ ਸਕਦੇ ਹਾਂ, ਈਅਰ ਵੀ ਕਹਿ ਸਕਦੇ ਹਾਂ। ਇੱਕ ਆਪਣੇ ਕੋਲ ਹੁੰਦਾ ਵਾ 1 ਸੋਲਰ ਈਅਰ। ਠੀਕ ਹੈ, ਇਹ ਟਾਈਮ ਦਾ ਯੂਨਿਟ ਆ 1 ਸੋਲਰ ਈਅਰ। ਹੁਣ ਇਹ 1 ਸੋਲਰ ਈਅਰ ਕੀ ਆ ਕਿ ਜਿਹੜੀ ਆਪਣੀ ਅਰਥ ਆ, ਅਰਥ ਦੀ ਪੂਰੀ ਇੱਕ ਰੈਵੋਲੂਸ਼ਨ, ਠੀਕ ਹੈ, ਪੂਰਾ ਸਨ ਦੇ ਅਰਾਊਂਡ ਇੱਕ ਰੈਵੋਲੂਸ਼ਨ ਲਈ ਕਿੰਨਾ ਟਾਈਮ ਲੱਗਦਾ ਵਾ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਸੋਲਰ ਈਅਰ। ਠੀਕ ਹੈ, ਇਹਦਾ ਮਤਲਬ ਆਪਾਂ ਨੂੰ ਪਤਾ 1 ਸੋਲਰ ਈਅਰ ਜਾਂ 1 ਰੈਵੋਲੂਸ਼ਨ ਕਿੰਨੇ ਟਾਈਮ 'ਚ ਕੰਪਲੀਟ ਕਰਦੀ ਆ, ਪੂਰੇ 1 ਈਅਰ ਦੇ ਵਿੱਚ। ਇਹਦਾ ਮਤਲਬ 1 ਈਅਰ ਦੇ ਵਿੱਚ 365 ਡੇਜ਼ ਹੁੰਦੇ ਆ। 1 ਸੋਲਰ ਈਅਰ ਇਕੁਅਲ ਟੂ 365 ਡੇਜ਼। ਉਸ ਤੋਂ ਬਾਅਦ ਸਮੋਲੈਸਟ ਯੂਨਿਟ, ਸਮੋਲੈਸਟ ਯੂਨਿਟ ਆਫ ਟਾਈਮ। ਠੀਕ ਹੈ, ਸਮੋਲੈਸਟ ਯੂਨਿਟ ਆਪਾਂ ਸੈਕਿੰਡ ਯੂਜ਼ ਕਰਦੇ ਹਾਂ ਪਰ ਇੱਥੇ ਸੈਕਿੰਡ ਨਹੀਂ, ਸਮੋਲੈਸਟ ਯੂਨਿਟ ਆ ਜਿਹੜੇ ਟਾਈਮ ਦੇ ਉਹ ਹੁੰਦੇ ਆ 1 ਸ਼ੇਕ। ਠੀਕ ਹੈ, ਇਹ ਟਾਈਮ ਦੇ ਯੂਨਿਟ ਆ 1 ਸ਼ੇਕ। 1 ਸ਼ੇਕ ਇਕੁਅਲ ਹੁੰਦਾ 10⁻⁻8 ਸੈਕਿੰਡ ਦੇ। ਇਹ ਟਾਈਮ ਦੇ ਸਮੋਲੈਸਟ ਯੂਨਿਟ ਆ ਸ਼ੇਕ। 1 ਸ਼ੇਕ ਇਕੁਅਲ ਟੂ 10⁻⁸ ਸੈਕਿੰਡ। ਥੈਂਕਸ। ਵੀਡੀਓ ਚੰਗੀ ਲੱਗੀ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ, ਅਤੇ ਲਾਈਕ ਜ਼ਰੂਰ ਕਰਨਾ। ਥੈਂਕਸ।